ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਖਾਂ ਵਿੱਚ ਹੈਰਾਨੀ ਨਾਲ ਭੈਣ ਦੀ ਗੱਲ ਸੁਣ ਰਹੀ ਸੀ ਜੋ ਹੁਣ ਮੇਰੇ ਸਾਹਮਣੇ ਉਹ ਸੱਚ ਉਜਾਗਰ ਕਰ ਰਹੀ ਸੀ ਜਿਸ ਨੇ ਉਸ ਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਸੀ। ਮੇਰੇ ਬਚਪਨ ਵਿੱਚ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਤੇ ਮੈਂ ਆਪਣਾ ਬਚਪਨ ਆਪਣੀ ਵੱਡੀ ਭੈਣ ਦੇ ਘਰ ਬਿਤਾਇਆ। ਮੇਰੀ ਭੈਣ ਤੇ ਜੀਜਾ ਜੀ ਦੋਵੇਂ ਕਾਲੇ ਰੰਗ ਦੇ ਸਨ ਅਤੇ ਇਸ ਤਰ੍ਹਾਂ ਉਹਨਾਂ ਦੇ ਸਾਰੇ ਬੱਚੇ ਵੀ ਕਾਲੇ ਰੰਗ ਦੇ ਸਨ। ਪਰ ਫਿਰ ਉਹਨਾਂ ਦੀ ਇੱਕ ਧੀ ਹੋਈ ਜੋ ਆਪਣੀਆਂ ਭੈਣਾਂ ਤੇ ਭਰਾਵਾਂ ਨਾਲੋਂ ਵੱਖਰੀ ਸੀ। ਉਹ ਚਿੱਟੀ ਕਪਾਹ ਦੇ ਫੁੱਲ ਵਰਗੀ ਲੱਗ ਰਹੀ ਸੀ ਜੋ ਸਾਰੇ ਪਰਿਵਾਰ ਨਾਲੋਂ ਵੱਖਰੀ ਸੀ। ਸਾਰੇ ਪਿੰਡ ਵਾਲਿਆਂ ਨੇ ਵੀ ਮਜ਼ਾਕ ਉਡਾਇਆ ਸੀ ਕਿ ਸ਼ਾਇਦ ਮੇਰੀ ਭੈਣ ਤੇ ਜੀਜਾ ਜੀ ਪਿੰਡ ਦੇ ਵੱਡੇ ਮਹਿਲ ਵਿੱਚ ਕਿਸਾਨ ਦਾ ਕੰਮ ਕਰਦੇ ਸੀ, ਉੱਥੇ ਕਿਸੇ ਦੀ ਧੀ ਨੂੰ ਚੁੱਕ ਲਿਆਏ ਹੋਣਗੇ। ਮੇਰੀ ਭੈਣ ਤੇ ਜੀਜਾ ਨੇ ਸਾਰੀ ਉਮਰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਇਹ ਸਾਡੀ ਇਕਲੌਤੀ ਧੀ ਆ। ਪਰ ਉਹ ਇਸ ਲੜਕੀ ਨੂੰ ਆਪਣੀ ਬਾਕੀ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਸੀ। ਉਸ ਦੇ ਕੱਪੜੇ ਵੀ ਦੂਜੇ ਬੱਚਿਆਂ ਨਾਲੋਂ ਚੰਗੇ ਹੁੰਦੇ ਸੀ। ਮੇਰੀ ਭੈਣ ਉਸ ਤੋਂ ਉਸ ਤਰ੍ਹਾਂ ਦਾ ਕੰਮ ਨਹੀਂ ਕਰਵਾਉਂਦੀ ਸੀ ਜਿਸ ਤਰ੍ਹਾਂ ਦਾ ਅਸੀਂ ਸਾਰੇ ਕਰਦੇ ਸੀ। ਮੈਂ ਅਕਸਰ ਸੋਚਦੀ ਸੀ ਕਿ ਇਸ ਕੁੜੀ ਵਿੱਚ ਅਜਿਹਾ ਕੀ ਆ ਜੋ ਮੇਰੀ ਭੈਣ ਇਸ ਦਾ ਇੰਨਾ ਧਿਆਨ ਰੱਖਦੀ ਆ। ਜੇ ਉਹ ਬੱਚੀ ਚਿੱਕੜ ਵਿੱਚ ਖੇਡਦੀ ਸੀ ਤਾਂ ਮੇਰੀ ਭੈਣ ਝੱਟ ਉਸ ਨੂੰ ਗੋਦ ਵਿੱਚ ਚੁੱਕ ਲੈਂਦੀ ਤੇ ਸਾਰਾ ਦਿਨ ਉਸ ਨੂੰ ਹੇਠਾਂ ਨਹੀਂ ਉਤਾਰਦੀ ਸੀ। ਮੇਰੀ ਭੈਣ ਅਕਸਰ ਆਪਣੀ ਧੀ ਨੂੰ ਹਵੇਲੀ ਵੀ ਲੈ ਜਾਂਦੀ ਸੀ ਜਦਕਿ ਹੋਰ ਬੱਚਿਆਂ ਨੂੰ ਉੱਥੇ ਆਉਣ ਦੀ ਇਜਾਜ਼ਤ ਨਹੀਂ ਸੀ। ਹੌਲੀ ਹੌਲੀ ਉਹ ਕੁੜੀ ਵੀ ਵੱਡੀ ਹੋ ਗਈ। ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਚਲੀ ਗਈ। ਇੱਕ ਵਾਰ ਮੈਂ ਬਹੁਤ ਅਜੀਬ ਚੀਜ਼ ਦੇਖੀ ਕਿ ਮੇਰੀ ਭੈਣ ਬਿਨਾਂ ਕਿਸੇ ਕਾਰਨ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਉਸ ਦਾ ਕੋਈ ਆਪਣਾ ਮਰ ਗਿਆ ਹੋਵੇ। ਮੈਂ 1000 ਵਾਰ ਪੁੱਛਿਆ ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਸ ਦੇ ਰੋਣ ਨੇ ਮੇਰੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ। ਇਸ ਦੌਰਾਨ ਮੈਂ ਇੱਕ ਹੋਰ ਗੱਲ ਨੋਟ ਕੀਤੀ ਕਿ ਹੁਣ ਮੇਰੀ ਭੈਣ ਆਪਣੀ ਧੀ ਤੋਂ ਕੁਝ ਨਾਰਾਜ਼ ਰਹਿਣ ਲੱਗ ਪਈ ਸੀ। ਕੁਝ ਦਿਨ ਹੋਰ ਲੰਘੇ ਤੇ ਇੱਕ ਦਿਨ ਪਿੰਡ 'ਚ ਹੰਗਾਮਾ ਹੋ ਗਿਆ। ਮੈਨੂੰ ਪਤਾ ਲੱਗਾ ਕਿ ਮੇਰੀ ਭੈਣ ਦੀ ਧੀ ਘਰੋਂ ਭੱਜ ਗਈ। ਪਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਅੱਜ ਤੱਕ ਇਸ ਬੱਚੀ ਨੂੰ ਮਾਣ ਨਾਲ ਪਾਲਿਆ ਸੀ, ਉਹੀ ਅੱਜ ਮੂੰਹ ਕਾਲਾ ਕਰਕੇ ਭੱਜ ਗਈ। ਜਿਵੇਂ ਹੀ ਇਹ ਖਬਰ ਮੇਰੇ ਕੰਨਾਂ ਤੱਕ ਪਹੁੰਚੀ ਮੈਂ ਭੱਜ ਕੇ ਆਪਣੀ ਭੈਣ ਦੇ ਘਰ ਗਈ ਜਿੱਥੇ ਉਹ ਗੀਤ ਨੂੰ ਯਾਦ ਕਰਕੇ ਲਗਾਤਾਰ ਰੋ ਰਹੀ ਸੀ। ਉਸ ਲੜਕੀ ਦਾ ਨਾਮ ਗੀਤ ਸੀ। ਜੀਜਾ ਜੀ ਸ਼ਰਮ ਨਾਲ ਸਿਰ ਝੁਕਾ ਕੇ ਖੜੇ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ, ਮੇਰੀ ਭੈਣ ਤੇ ਜੀਜਾ ਜੀ ਦੋਵਾਂ ਦੇ ਚਿਹਰੇ ਫਿੱਕੇ ਪੈ ਗਏ ਜਿਵੇਂ ਕਿ ਕੋਈ ਅਜੀਬ ਜਿਹੀ ਗੱਲ ਹੋਈ ਹੋਵੇ। ਉਹ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਦੋਵੇਂ ਅੱਖਾਂ ਹੀ ਅੱਖਾਂ ਨਾਲ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਅਤੇ ਇਸ ਹਰਕਤ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਉਸੇ ਰਾਤ ਪੁੱਛਣ ਦੇ ਇਰਾਦੇ ਨਾਲ ਸਾਰਾ ਦਿਨ ਲੋਕਾਂ ਨੂੰ ਆਉਂਦੇ ਜਾਂਦੇ ਦੇਖਦੀ ਰਹੀ ਤੇ ਫਿਰ ਜਿਵੇਂ ਹੀ ਸ਼ਾਮ ਢਲਣ ਲੱਗੀ ਤੇ ਜਿਵੇਂ ਹੀ ਮੈਂ ਉਹਨਾਂ ਨੂੰ ਪੁੱਛਣ ਲੱਗੀ ਤਾਂ ਮੇਰਾ ਪਤੀ ਮੈਨੂੰ ਲੈਣ ਆ ਗਿਆ। ਮੇਰੀ ਸੱਸ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਫਿਰ ਮੈਂ ਇਹ ਕਹਿ ਕੇ ਉੱਥੋਂ ਚਲੀ ਗਈ ਕਿ 1-2 ਦਿਨ ਵਿੱਚ ਵਾਪਸ ਆਵਾਂਗੀ ਅਤੇ ਇਸ ਬਾਰੇ ਗੱਲ ਕਰਾਂਗੀ। ਪਰ ਕਿਸਮਤ ਅਨੁਸਾਰ ਅਜਿਹਾ ਹੋਇਆ ਕਿ ਅਗਲੇ ਦਿਨ ਮੇਰੀ ਸੱਸ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੀਆਂ ਅੰਤਿਮ ਰਸਮਾਂ ਤੇ ਹੋਰ ਰਸਮਾਂ ਨੂੰ 10-12 ਦਿਨ ਲੱਗ ਗਏ। ਮੇਰੀ ਮਾਂ ਵਰਗੀ ਸੱਸ ਦਾ ਵਿਛੋੜਾ ਦੁਖਦਾਈ ਸੀ, ਇਸ ਲਈ ਉਸਦੇ ਜਾਣ ਤੋਂ ਬਾਅਦ ਮੇਰੇ ਮੋਢਿਆਂ ਤੇ ਅਜਿਹੀਆਂ ਜ਼ਿੰਮੇਵਾਰੀਆਂ ਆ ਗਈਆਂ ਕਿ ਮੈਂ ਆਪਣੀ ਭੈਣ ਬਾਰੇ ਸਭ ਕੁਝ ਭੁੱਲ ਗਈ ਤੇ ਮੈਂ ਉਸ ਤੋਂ ਕੁਝ ਨਹੀਂ ਪੁੱਛ ਸਕਦੀ ਸੀ। ਮੇਰੀ ਭੈਣ ਇੰਨੀ ਦਿਨੀ ਕਿਸੇ ਮੁਸੀਬਤ ਵਿੱਚ ਸੀ ਤੇ ਮੇਰਾ ਜੀਜਾ ਵੀ ਹੁਣ ਬਹੁਤ ਸ਼ਾਂਤ ਰਹਿਣ ਲੱਗ ਗਿਆ ਸੀ। ਉਹ ਦੋਵੇਂ ਹੁਣ ਰਾਤ ਨੂੰ ਬਾਹਰ ਨਿਕਲਦੇ ਸੀ। ਮੇਰੇ ਮਨ ਵਿੱਚ ਇੱਕ ਵਾਰ ਫਿਰ ਸ਼ੱਕ ਪੈਦਾ ਹੋ ਗਿਆ ਕਿ ਮੈਨੂੰ ਲੱਗਾ ਸ਼ਾਇਦ ਮੇਰੀ ਭੈਣ ਕੁਝ ਗਲਤ ਕਰ ਰਹੀ ਆ, ਜੋ ਹੋ ਸਕਦਾ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੋਵੇ। ਜਿਵੇਂ ਜਿਵੇਂ 3 ਦਿਨ ਬੀਤ ਗਏ ਮੇਰਾ ਸ਼ੱਕ ਵੱਧਦਾ ਗਿਆ ਤੇ ਫਿਰ ਇੱਕ ਦਿਨ ਗੀਤ ਵਾਪਸ ਆ ਗਈ ਪਰ ਉਹ ਇਕੱਲੀ ਨਹੀਂ ਸੀ। ਉਸ ਦੇ ਨਾਲ ਜੋ ਮੁੰਡਾ ਸੀ ਉਹ ਸਾਰੇ ਉਸ ਨੂੰ ਦੇਖ ਕੇ ਦੰਗ ਰਹਿ ਗਏ। ਇਹ ਸਾਰੇ ਪਿੰਡ ਦੇ ਵੱਡੇ ਮਹਿਲ ਦੇ ਛੋਟੇ ਮਾਲਕ ਸੀ ਜਿਸ ਤੇ ਪਿੰਡ ਦੀਆਂ ਸਾਰੀਆਂ ਕੁੜੀਆਂ ਮਰਦੀਆਂ ਸੀ। ਉਸ ਨੂੰ ਦੇਖ ਕੇ ਇਸ ਪਿੰਡ ਦੀਆਂ ਕੁੜੀਆਂ ਰੁਕ ਜਾਂਦੀਆਂ ਸੀ। ਉਹ ਬਹੁਤ ਸੋਹਣਾ ਤੇ ਲੰਮਾ ਗੋਰਾ ਚਿੱਟਾ ਰੰਗ, ਉਹ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਣ ਸੀ। ਪਰ ਇੱਕ ਗੱਲ ਜੋ ਸਾਰਿਆਂ ਲਈ ਹੈਰਾਨੀ ਵਾਲੀ ਸੀ ਕਿ ਛੋਟੇ ਮਾਲਕ ਨੇ ਭੱਜ ਕੇ ਇਸ ਤਰ੍ਹਾਂ ਵਿਆਹ ਕਿਉਂ ਕੀਤਾ। ਉਹ ਇੰਨੇ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਸਨ ਕਿ ਜੇ ਕਿਸੇ ਨੂੰ ਇੱਕ ਵਾਰ ਵੀ ਪੁੱਛ ਲੈਂਦੇ ਤਾਂ ਉਹ ਤੁਰੰਤ ਆਪਣੀ ਧੀ ਨੂੰ ਉਸ ਨੂੰ ਦੇ ਦਿੰਦਾ। ਗੀਤ ਨੂੰ ਛੋਟੇ ਮਾਲਕ ਨਾਲ ਦੇਖ ਕੇ ਦੀਦੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਗੀਤ ਤੂੰ ਕੀ ਕੀਤਾ ਹੈ? ਕੀ ਤੈਨੂੰ ਸਾਰੀ ਦੁਨੀਆ ਵਿੱਚ ਇਹੀ ਮਿਲਿਆ ਸੀ? ਦੀਦੀ ਜੋ ਗੀਤ ਨੂੰ ਪਹਿਲਾਂ ਹੀ ਦੇਖ ਕੇ ਥੋੜੀ ਬਹੁਤ ਖੁਸ਼ ਹੋਈ ਸੀ, ਛੋਟੇ ਮਾਲਕ ਨੂੰ ਦੇਖ ਕੇ ਹੁਣ ਆਪਣੀ ਹਾਲਤ ਤੇ ਕਾਬੂ ਨਹੀਂ ਪਾ ਰਹੀ ਸੀ।
ਉਵੇਂ ਹੀ ਦੀਦੀ ਰੋਂਦੀ ਹੋਈ ਜ਼ਮੀਨ ਤੇ ਡਿੱਗ ਪਈ। ਜਦੋਂ ਉਹ ਡਿੱਗੀ ਤਾਂ ਉਸੇ ਟਾਈਮ ਗੀਤ ਆ ਕੇ ਦੀਦੀ ਨੂੰ ਸੰਭਾਲਣ ਲੱਗੀ, ਪਰ ਜੀਜਾ ਜੀ ਨੇ ਉਸ ਨੂੰ ਮਨਾ ਕਰ ਦਿੱਤਾ। ਉਸ ਨੂੰ ਇੱਥੋਂ ਚਲੇ ਜਾਣ ਲਈ ਕਿਹਾ। ਪੂਰੇ ਪਿੰਡ ਨੇ ਆ ਕੇ ਇਹ ਨਜ਼ਾਰਾ ਦੇਖਿਆ। ਇਹ ਦੇਖੋ ਗੀਤ ਆ, ਉਸ ਦੀ ਮਾਂ ਦੀ ਹਿੰਮਤ, ਜਿਸ ਨੇ ਸਾਰੀ ਉਮਰ ਉਸ ਮਹਿਲ ਦਾ ਲੂਣ ਖਾਧਾ। ਉਸ ਦੀ ਧੀ ਦਾ ਵਿਆਹ ਉਸੇ ਹਵੇਲੀ ਵਿੱਚ ਹੋਣ ਤੇ ਰੋ ਰਹੀ ਆ। ਜੀਜਾ ਜੀ ਦੇ ਕਹਿਣ ਤੇ ਗੀਤ ਰੋਂਦੀ ਹੋਈ ਘਰੋਂ ਚਲੀ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ਜਿਨ੍ਹਾਂ ਨੇ ਇੱਕ ਪਲ ਲਈ ਮੇਰਾ ਮਨ ਉਦਾਸ ਕਰ ਦਿੱਤਾ। ਫਿਰ ਅਗਲੇ ਪਲ ਮੈਂ ਆਪਣੀ ਭੈਣ ਦੀ ਤਰਸਯੋਗ ਹਾਲਤ ਬਾਰੇ ਸੋਚਿਆ। ਬਹੁਤ ਦੇਰ ਤੱਕ ਭੈਣ ਨੂੰ ਹੋਸ਼ ਨਹੀਂ ਆਇਆ। ਜਿਵੇਂ ਹੀ ਸੂਰਜ ਡੁੱਬ ਰਿਹਾ ਸੀ ਤੇ ਸ਼ਾਮ ਹੋਣ ਵਾਲੀ ਸੀ, ਦੀਦੀ ਨੇ ਅੱਖ ਖੋਲੀ ਤੇ ਉਸਨੇ ਪਹਿਲਾ ਸਵਾਲ ਪੁੱਛਿਆ, ਗੀਤ ਕਿੱਥੇ ਆ? ਇਸ ਵਾਰ ਜਦੋਂ ਜੀਜਾ ਜੀ ਨੇ ਦੱਸਿਆ ਕਿ ਉਸਨੇ ਗੀਤ ਨੂੰ ਘਰੋਂ ਕੱਢ ਦਿੱਤਾ, ਜਿਸ ਤੇ ਭੈਣ ਨੇ ਜੀਜਾ ਜੀ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਤੇ ਫਿਰ ਰੋਣ ਲੱਗ ਪਈ। ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਅਪਰਾਧ ਕੀਤਾ। ਗੀਤ ਦੇ ਪਾਪਾ, ਅਸੀਂ ਕੁਝ ਨਹੀਂ ਕਰ ਸਕੇ, ਅਸੀਂ ਅਪਰਾਧ ਕੀਤਾ, ਅਸੀਂ ਬਹੁਤ ਵੱਡਾ ਪਾਪ ਕੀਤਾ। ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਮੇਰੀ ਭੈਣ ਫਿਰ ਸੌਂ ਗਈ ਤੇ ਮੇਰਾ ਮਨ ਅਟਕ ਗਿਆ ਕਿ ਮੇਰੀ ਭੈਣ ਨੂੰ ਕੀ ਹੋ ਗਿਆ, ਉਹ ਕਿਉਂ ਇਸ ਤਰ੍ਹਾਂ ਰੋ ਰਹੀ ਆ। ਉਸ ਰਾਤ ਮੈਂ ਆਪਣੇ ਪਤੀ ਤੋਂ ਆਗਿਆ ਲੈ ਕੇ ਆਪਣੀ ਭੈਣ ਦੇ ਘਰ ਰੁਕ ਗਈ ਸੀ, ਤਾਂ ਜੋ ਆਪਣੀ ਭੈਣ ਤੋਂ ਸਾਰੀ ਸੱਚਾਈ ਜਾਣ ਸਕਾਂ, ਕਿਉਂਕਿ ਮੇਰਾ ਮਨ ਕਹਿ ਰਿਹਾ ਸੀ ਕਿ ਮੇਰੀ ਭੈਣ ਜ਼ਰੂਰ ਕੁਝ ਨਾ ਕੁਝ ਲੁਕੋ ਰਹੀ ਆ। ਕਾਫੀ ਦੇਰ ਤੱਕ ਪਿੰਡ ਵਾਲੇ ਆ ਕੇ ਦੀਦੀ ਦਾ ਹਾਲ ਪੁੱਛਦੇ ਰਹੇ ਤੇ ਬਹੁਤੇ ਲੋਕ ਕਹਿੰਦੇ ਸਨ ਕਿ ਮੁੰਡੇ ਦਾ ਘਰ ਇੰਨਾ ਵੱਡਾ, ਤੈਨੂੰ ਖੁਸ਼ ਹੋਣਾ ਚਾਹੀਦਾ ਕਿ ਤੈਨੂੰ ਅਜਿਹਾ ਜਵਾਈ ਮਿਲਿਆ। ਸਾਰੀ ਦੁਨੀਆ ਵਿੱਚ ਇਹੋ ਜਿਹਾ ਜਵਾਈ ਲੱਭਿਆ ਨਹੀਂ ਲੱਭਦਾ, ਇੱਕ ਤੁਸੀਂ ਹੋ ਜਿਸ ਨੂੰ ਗੁੱਸਾ ਆ ਰਿਹਾ। ਲੋਕਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਦੀਦੀ ਫੇਰ ਰੋਣ ਲੱਗ ਪਈ। ਇਸ ਕਾਰਨ ਮੈਂ ਉਸ ਤੋਂ ਬਾਅਦ ਕਿਸੇ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੱਤਾ। ਜੋ ਵੀ ਆਉਂਦਾ ਮੈਂ ਇਹ ਕਹਿ ਦਿੰਦੀ ਕਿ ਮੇਰੀ ਭੈਣ ਸੁੱਤੀ ਪਈ ਆ, ਤੇ ਮੈਂ ਦੀਦੀ ਕੋਲ ਬੈਠ ਕੇ ਆਪਣੇ ਬਚਪਨ ਅਤੇ ਮਾਂ-ਬਾਪ ਦੀਆਂ ਗੱਲਾਂ ਕਰਦੀ ਰਹਿੰਦੀ। ਮੈਂ ਦੀਦੀ ਕੋਲ ਬੈਠ ਕੇ ਖਾਣਾ ਬਣਾਇਆ। ਜਦੋਂ ਰਾਤ ਹੋਈ ਤਾਂ ਭੈਣ ਸਾਰਿਆਂ ਤੋਂ ਪਹਿਲਾਂ ਲੇਟ ਗਈ ਅਤੇ ਮੈਂ ਉਸ ਨੂੰ ਸੁੱਤੀ ਹੋਈ ਨੂੰ ਦੇਖਦੀ ਰਹੀ। ਫਿਰ ਰਾਤ ਦਾ ਸਮਾਂ ਸੀ ਜਦੋਂ ਮੈਂ ਦੀਦੀ ਨੂੰ ਮੰਜੇ ਤੋਂ ਉੱਠਦਿਆਂ ਦੇਖਿਆ। ਮੈਂ ਵੀ ਅੱਖਾਂ ਬੰਦ ਕਰਕੇ ਪਈ ਹੋਈ ਸੀ। ਮੈਂ ਸਿਰਫ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕਰ ਕੀ ਰਹੀ ਆ। ਜਦੋਂ ਭੈਣ ਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਰਹੀ ਹਾਂ, ਤਾਂ ਉਹ ਕਮਰੇ ਵਿੱਚ ਇੱਕ ਟਰੰਕ ਕੋਲ ਬੈਠ ਗਈ ਤੇ ਆਪਣੇ ਪੱਲੂ ਨਾਲੋਂ ਚਾਬੀ ਨਾਲ ਉਸ ਨੂੰ ਖੋਲ੍ਹਣ ਲੱਗੀ। ਮੈਨੂੰ ਅਚਾਨਕ ਯਾਦ ਆਇਆ ਕਿ ਮੇਰੀ ਭੈਣ ਨੇ ਮੈਨੂੰ ਇਹ ਟਰੰਕ ਕਦੇ ਖੋਲ੍ਹਣ ਨਹੀਂ ਦਿੱਤਾ ਸੀ। ਮੈਂ ਹੁਣ ਉੱਠ ਕੇ ਬੈਠ ਗਈ, ਪਰ ਦੀਦੀ ਦਾ ਧਿਆਨ ਮੇਰੇ ਵੱਲ ਨਹੀਂ ਸੀ। ਉਹ ਦੂਜੇ ਪਾਸੇ ਤੋਂ ਟਰੰਕ ਵਿੱਚੋਂ ਕੁਝ ਚੀਜ਼ਾਂ ਕੱਢ ਰਹੀ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਦੀਦੀ ਇਸ ਟਰੰਕ ਵਿੱਚ ਆਪਣੇ ਗਹਿਣੇ ਰੱਖਦੀ ਹੋਵੇਗੀ, ਇਸ ਕਰਕੇ ਇਹ ਇਸ ਨੂੰ ਨਹੀਂ ਖੋਲ੍ਹਦੀ, ਤੇ ਅੱਜ ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਇਸ ਲਈ ਮੈਂ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਭੈਣ ਨੇ ਇੱਕ-ਇੱਕ ਕਰਕੇ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਸਭ ਤੋਂ ਪਹਿਲਾਂ ਕੁਝ ਕੱਪੜੇ ਸਨ ਜੋ ਬਹੁਤ ਛੋਟੇ ਬੱਚੇ ਦੇ ਸਨ। ਇਸ ਤੋਂ ਬਾਅਦ ਕੱਪੜਿਆਂ ਦਾ ਆਕਾਰ ਵੱਡਾ ਹੁੰਦਾ ਗਿਆ। ਇਹ ਸਾਰੇ ਕੁੜੀਆਂ ਦੇ ਕੱਪੜੇ ਸਨ। ਇਸ ਤੋਂ ਬਾਅਦ ਭੈਣ ਨੇ ਖਿਡੌਣੇ ਕੱਢਣੇ ਸ਼ੁਰੂ ਕਰ ਦਿੱਤੇ। ਕੋਈ ਪਲਾਸਟਿਕ ਦਾ ਸੀ, ਕੋਈ ਮਿੱਟੀ ਦਾ। ਉਸ ਤੋਂ ਬਾਅਦ ਫੋਟੋਆਂ ਦੀ ਵਾਰੀ ਆਈ। ਇੱਕ-ਇੱਕ ਕਰਕੇ ਬਹੁਤ ਸਾਰੀਆਂ ਤਸਵੀਰਾਂ ਸਨ। ਜਦ ਕਿ ਮੈਂ ਆਪਣੇ ਦਿਮਾਗ ਤੇ ਜ਼ੋਰ ਪਾਇਆ ਤਾਂ ਦੇਖਿਆ ਕਿ ਉਹਨਾਂ ਵਿੱਚੋਂ ਕੁਝ ਕੱਪੜੇ ਗੀਤ ਦੇ ਸਨ ਜੋ ਉਸਨੇ ਬਚਪਨ ਤੋਂ ਹੀ ਪਹਿਨੇ ਹੋਏ ਸਨ, ਤੇ ਕੁਝ ਖਿਡੌਣੇ ਉਸਦੇ ਵੀ ਸਨ, ਪਰ ਮੈਂ ਬਾਕੀ ਕੱਪੜੇ ਅਤੇ ਖਿਡੌਣੇ ਗੀਤ ਕੋਲ ਕਦੇ ਨਹੀਂ ਸਨ ਦੇਖੇ। ਉਸ ਤੋਂ ਬਾਅਦ ਤਸਵੀਰਾਂ ਦੇਖਣ ਲੱਗ ਪਈ। ਉਹ ਤਸਵੀਰਾਂ ਗੀਤ ਦੀਆਂ ਸਨ, ਪਰ ਉਸ ਤੋਂ ਬਾਅਦ ਉਸ ਨੂੰ ਇੱਕ ਹੋਰ ਵੀ ਤਸਵੀਰ ਮਿਲ ਗਈ। ਮੈਂ ਇੰਨਾ ਦੂਰ ਨਹੀਂ ਬੈਠੀ ਸੀ ਕਿ ਮੈਂ ਉਸ ਦਾ ਚਿਹਰਾ ਦੇਖ ਨਾ ਸਕਾਂ, ਪਰ ਫਿਰ ਵੀ ਮੈਂ ਦੂਸਰੇ ਚਿਹਰੇ ਨੂੰ ਨਹੀਂ ਪਛਾਣ ਸਕੀ ਜੋ ਇੱਕ ਲੜਕੀ ਦਾ ਸੀ, ਪਰ ਉਸ ਦਾ ਚਿਹਰਾ ਮੇਰੀ ਭੈਣ ਅਤੇ ਜੀਜਾ ਜੀ ਨਾਲ ਮਿਲਦਾ ਜੁਲਦਾ ਸੀ। ਖਾਸ ਗੱਲ ਇਹ ਸੀ ਕਿ ਉਸ ਦਾ ਰੰਗ ਵੀ ਦੀਦੀ ਦੇ ਬਾਕੀ ਬੱਚਿਆਂ ਵਾਂਗ ਕਾਲਾ ਸੀ। ਦੀਦੀ ਨੇ ਆਪਣਾ ਦੁਪੱਟਾ ਜ਼ਮੀਨ ਤੇ ਰੱਖਿਆ ਤੇ ਉਸ ਤੇ ਇੱਕ-ਇੱਕ ਕਰਕੇ ਸਾਰੀਆਂ ਚੀਜ਼ਾਂ ਰੱਖਣ ਲੱਗ ਪਈ। ਨਾਲ ਦੀ ਨਾਲ ਉਹ ਚੀਜ਼ਾਂ ਨੂੰ ਚੁੰਮਦੀ ਜਾ ਰਹੀ ਸੀ ਤੇ ਰੋਂਦੀ ਜਾ ਰਹੀ ਸੀ। ਫਿਰ ਉਸਨੇ ਸਾਰਾ ਸਮਾਨ ਇੱਕ ਗਠੜੀ 'ਚ ਬੰਨ੍ਹ ਲਿਆ ਤੇ ਉਸਦੇ ਉੱਠਣ ਤੋਂ ਪਹਿਲਾਂ ਮੈਂ ਤੁਰੰਤ ਲੇਟ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਦੀਦੀ ਜਾਂਦੀ ਕਿੱਥੇ ਆ। ਉਹ ਗਠੜੀ ਚੁੱਕ ਕੇ ਵਿਹੜੇ ਵਿੱਚ ਲੰਘ ਗਈ। ਵਿਹੜੇ ਵਿੱਚ ਹਰ ਕੋਈ ਮੰਜੇ ਤੇ ਸੌਂ ਰਿਹਾ ਸੀ। ਵਿਹੜੇ ਤੋਂ ਬਾਹਰ ਜਾ ਕੇ ਦੀਦੀ ਨੇ ਉਸ ਗਠੜੀ ਨੂੰ ਜ਼ਮੀਨ ਤੇ ਰੱਖ ਦਿੱਤਾ ਤੇ ਮਿੱਟੀ ਦਾ ਤੇਲ ਪਾ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਹਰ ਚੀਜ਼ ਨੂੰ ਅੱਗ ਲਾ ਦਿੰਦੀ, ਮੈਂ ਝੱਟ ਅੱਗੇ ਆ ਕੇ ਉਸ ਦਾ ਹੱਥ ਫੜ ਲਿਆ। ਮੈਨੂੰ ਦੇਖ ਕੇ ਦੀਦੀ ਭਟਕ ਗਈ। ਮੈਂ ਉਹ ਗਠੜੀ ਚੁੱਕ ਕੇ ਭੈਣ ਨੂੰ ਨਾਲ ਲੈ ਕੇ ਅੰਦਰ ਆ ਗਈ। ਉਸ ਨੂੰ ਮੰਜੇ ਤੇ ਬਿਠਾਇਆ, ਪਾਣੀ ਦਾ ਗਲਾਸ ਉਸ ਦੇ ਹੱਥ ਵਿੱਚ ਫੜਾ ਦਿੱਤਾ।
ਭੈਣ ਹੁਣ ਸਿਰ ਝੁਕਾ ਕੇ ਬੈਠੀ ਸੀ, ਜਿਵੇਂ ਉਸਦਾ ਕੋਈ ਰਾਜ ਖੁੱਲ ਗਿਆ ਹੋਵੇ। ਮੈਂ ਉੱਠ ਕੇ ਇੱਕ ਵਾਰ ਫਿਰ ਦੇਖਿਆ ਆ ਕੇ ਕੋਈ ਜਾਗ ਰਿਹਾ ਹੈ ਜਾਂ ਨਹੀਂ। ਜਦੋਂ ਮੈਨੂੰ ਤਸੱਲੀ ਹੋਈ ਕਿ ਸਾਰੇ ਸੁੱਤੇ ਪਏ ਆ, ਇਸ ਲਈ ਮੈਂ ਆਪਣੀ ਭੈਣ ਨੂੰ ਉਹ ਸਵਾਲ ਪੁੱਛਿਆ ਜੋ ਲੰਮੇ ਸਮੇਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਮੈਂ ਉਸ ਨੂੰ ਕਿਹਾ, ਤੁਸੀਂ ਮੈਨੂੰ ਕਈ ਦਿਨਾਂ ਤੋਂ ਅਜੀਬ ਲੱਗ ਰਹੇ ਹੋ। ਅਚਾਨਕ ਰੋਣਾ ਤੇ ਅਚਾਨਕ ਕਦੇ ਚੁੱਪ ਹੋ ਜਾਣਾ। ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੇਖਣਾ, ਉਹਨਾਂ ਨੂੰ ਚੁੰਮਣਾ, ਫਿਰ ਰੋਣਾ, ਫਿਰ ਉਹਨਾਂ ਨੂੰ ਅੱਗ ਲਾਉਣਾ। ਮੈਨੂੰ ਇਹ ਸਭ ਠੀਕ ਨਹੀਂ ਲੱਗਿਆ। ਮੈਂ ਉਸ ਨੂੰ ਕਿਹਾ, ਤੁਸੀਂ ਜੋ ਵੀ ਕਰ ਰਹੇ ਹੋ ਉਹ ਮੈਨੂੰ ਸ਼ੱਕੀ ਲੱਗਦਾ। ਕੁਝ ਸਮਾਂ ਪਹਿਲਾਂ ਗੀਤ ਪ੍ਰਤੀ ਤੁਹਾਡਾ ਰਵੱਈਆ ਹੋਰ ਸੀ ਤੇ ਹੁਣ ਉਹਨਾਂ ਲਈ ਇੰਨਾ ਰੋਣਾ ਕਿਉਂ ਭੈਣ? ਇਸ ਤੇ ਮੇਰੀ ਭੈਣ ਨੇ ਕਿਹਾ ਕਿ ਕੁਝ ਵੀ ਅਜਿਹਾ ਨਹੀਂ ਆ ਜਿਵੇਂ ਤੂੰ ਸੋਚ ਰਹੀ ਆ, ਇਹ ਮੇਰਾ ਪਾਗਲਪਣ। ਪਰ ਉਸ ਤੋਂ ਬਾਅਦ ਇਸ ਗੱਲ ਵਿੱਚ ਮੈਨੂੰ ਬਿਲਕੁਲ ਵੀ ਸੱਚਾਈ ਨਹੀਂ ਲੱਗੀ ਤੇ ਮੈਂ ਇਸ ਨੂੰ ਇੱਕ ਵਾਰ ਫਿਰ ਦੁਹਰਾਇਆ, ਪਰ ਫਿਰ ਉਸਨੇ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਬਹੁਤ ਕੁਝ ਕਿਹਾ ਕਿ ਤੁਸੀਂ ਸ਼ਾਇਦ ਉਸ ਕੁੜੀ ਦੇ ਗੋਰੇ ਰੰਗ ਦੀ ਵਜ੍ਹਾ ਕਰਕੇ ਉਸ ਨੂੰ ਕੁਝ ਨਹੀਂ ਕਹਿੰਦੇ, ਜਦ ਕਿ ਬਾਕੀ ਕਾਲੇ ਬੱਚਿਆਂ ਨੂੰ ਉਹਨਾਂ ਦੀ ਮਾਮੂਲੀ ਜਿਹੀ ਗਲਤੀ ਤੇ ਵੀ ਸਜ਼ਾ ਦਿੰਦੇ ਹੋ। ਇਸ ਦਾ ਮਤਲਬ ਆ ਕਿ ਤੁਸੀਂ ਦੂਜੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਜਾਂ ਸ਼ਾਇਦ ਤੁਸੀਂ ਆਪਣੀ ਧੀ ਦੀ ਸੁੰਦਰਤਾ ਤੋਂ ਇੰਨੇ ਮੋਹਿਤ ਹੋ, ਇਸੇ ਲਈ ਉਹ ਸਭ ਕੁਝ ਕਰ ਰਹੀ ਆ। ਇਸ ਇਲਜ਼ਾਮ ਕਾਰਨ ਉਸ ਦੀਆਂ ਅੱਖਾਂ ਨਮ ਹੋ ਗਈਆਂ ਤੇ ਫਿਰ ਉਸਨੇ ਸੱਚਾਈ ਮੇਰੇ ਸਾਹਮਣੇ ਰੱਖ ਦਿੱਤੀ ਅਤੇ ਮੈਨੂੰ ਉਹ ਰਾਜ਼ ਦੱਸ ਦਿੱਤਾ ਜੋ ਉਹ ਅੱਜ ਤੱਕ ਦੁਨੀਆ ਤੋਂ ਲੁਕੋ ਕੇ ਰੱਖ ਰਹੀ ਸੀ। ਉਸਨੇ ਬੋਲਣਾ ਸ਼ੁਰੂ ਕਰ ਦਿੱਤਾ। ਉਸਦੇ ਬੋਲ ਸੁਣ ਕੇ ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਮੈਂ 18 ਸਾਲ ਪਹਿਲਾਂ ਗਰਭਵਤੀ ਸੀ ਤੇ ਉਹਨਾਂ ਦਿਨਾਂ ਵਿੱਚ ਅਸੀਂ ਵੱਡੀ ਹਵੇਲੀ ਵਿੱਚ ਕੰਮ ਕਰਿਆ ਕਰਦੇ ਸੀ। ਉਸ ਸਮੇਂ ਮਾਲਕ ਦੇ ਘਰ ਇੱਕ ਬੱਚਾ ਵੀ ਪੈਦਾ ਹੋਣ ਵਾਲਾ ਸੀ। ਪਹਿਲਾ ਪੁੱਤਰ 4 ਸਾਲ ਦਾ ਸੀ ਜਿਸ ਦਾ ਨਾਮ ਵਿਜੇ ਸੀ। ਮੈਨੂੰ ਯਾਦ ਆ ਕਿ ਇੱਕ ਵਾਰ ਵਿਜੇ ਨੇ ਮਾਲਕ ਨੂੰ ਕਿਹਾ ਸੀ ਕਿ ਉਹ ਇੱਕ ਭੈਣ ਚਾਹੁੰਦਾ। ਉਸ ਦਾ ਅੰਦਾਜ਼ ਇੰਨਾ ਪਿਆਰਾ ਸੀ ਕਿ ਮੈਨੂੰ ਉਸ ਬੱਚੇ ਨਾਲ ਪਿਆਰ ਹੋ ਗਿਆ। ਪਰ ਮਾਲਕਣ ਇਹ ਸੁਣ ਕੇ ਰੋਣ ਲੱਗ ਪਈ ਤੇ ਕਾਫੀ ਦੇਰ ਰੋਂਦੀ ਰਹੀ। ਮੈਂ ਸੋਚਣ ਲੱਗੀ ਕਿ ਵੱਡੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਦੇ ਨਸੀਬ ਤੋਂ ਡਰ ਲੱਗਦਾ, ਜਾਂ ਸ਼ਾਇਦ ਉਹ ਧੀ ਨਹੀਂ ਚਾਹੁੰਦੀ ਸੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਸਨ ਤੇ ਫਿਰ ਇੱਕ ਰਾਤ ਮੈਨੂੰ ਦਰਦ ਹੋਇਆ ਤੇ ਉਹ ਰਾਤ ਮੈਂ ਇੱਕ ਬੱਚੀ ਨੂੰ ਜਨਮ ਦਿੱਤਾ। ਉਸੇ ਰਾਤ ਮਾਲਕਣ ਦੇ ਘਰ ਵੀ ਇੱਕ ਬੱਚੇ ਨੇ ਜਨਮ ਲਿਆ। ਹਰ ਪਾਸਿਓਂ ਵਧਾਈਆਂ ਦਾ ਸ਼ੋਰ ਸੀ, ਪਰ ਮੈਂ ਮਾਲਕ ਅਤੇ ਮਾਲਕਣ ਦੇ ਚਿਹਰਿਆਂ ਦੇ ਚਿੰਤਾ ਦੇ ਭਾਵ ਦੇਖ ਰਹੀ ਸਕਦੀ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਉਂ। ਭਾਵੇਂ ਅਸੀਂ ਗਰੀਬ ਹਾਂ, ਪਰ ਫਿਰ ਵੀ ਅਸੀਂ ਧੀ ਦੇ ਜਨਮ ਤੇ ਖੁਸ਼ ਹੁੰਦੇ ਹਾਂ। ਪਰ ਇਹ ਲੋਕ ਬਹੁਤ ਅਮੀਰ ਹਨ ਤੇ ਇਹਨਾਂ ਦੀ ਪਹਿਲੀ ਧੀ ਹੋਈ ਆ, ਤਾਂ ਇਹ ਪਰੇਸ਼ਾਨ ਕਿਉਂ ਆ? ਮੈਂ ਮਨ ਹੀ ਮਨ ਆਪਣੇ ਮਾਲਕਣ ਨਾਲ ਗੱਲ ਕਰਨ ਦੇ ਇਰਾਦੇ ਨਾਲ ਸੌਂ ਗਈ ਸੀ। 2 ਦਿਨ ਇਸੇ ਤਰ੍ਹਾਂ ਲੰਘ ਗਏ। ਜਦੋਂ ਮਾਲਕਣ ਨੇ ਮੈਨੂੰ ਆਪਣੇ ਕਮਰੇ 'ਚ ਬੁਲਾਇਆ ਤਾਂ ਮੈਂ ਥੋੜਾ ਜਿਹਾ ਹੈਰਾਨ ਹੋਈ, ਪਰ ਉਹ ਆਪਣੀ ਧੀ ਨਾਲ ਉਸਦੇ ਕਮਰੇ ਵਿੱਚ ਚਲੀ ਗਈ। ਮੈਂ ਇੱਥੇ ਕਾਫੀ ਸਮੇਂ ਤੋਂ ਕੰਮਕਾਰ ਕਰ ਰਹੀ ਸੀ, ਪਰ ਕਦੇ ਮਾਲਕਣ ਦੇ ਕਮਰੇ 'ਚ ਨਹੀਂ ਗਈ ਸੀ। ਅੱਜ ਜਦੋਂ ਮੈਂ ਉੱਥੇ ਪੈਰ ਰੱਖਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਅਜਿਹੀ ਸ਼ਾਨੋ ਸ਼ੌਕਤ ਅਤੇ ਐਸ਼ੋ ਆਰਾਮ ਰਾਜੇ ਮਹਾਰਾਜਿਆਂ ਦੇ ਘਰਾਂ ਵਿੱਚ ਹੀ ਹੁੰਦੀ ਆ। ਫਿਰ ਮੇਰੀ ਨਜ਼ਰ ਉਸ ਬਿਸਤਰੇ ਤੇ ਪਈ ਜਿੱਥੇ ਅਣਗਿਣਤ ਹੀਰੇ ਜਵਾਹਰਾਤ ਦੇ ਖਜ਼ਾਨੇ ਰੱਖੇ ਹੋਏ ਸਨ। ਜਦ ਕਿ ਮੈਂ ਇਹਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿ ਦੂਰ ਖੜੀ ਹੋ ਗਈ, ਕਿਤੇ ਮੇਰੇ ਤੇ ਇਸ ਵਿੱਚੋਂ ਕੁਝ ਚੋਰੀ ਹੋਣ ਦਾ ਦੋਸ਼ ਹੀ ਨਾ ਲੱਗ ਜਾਵੇ। ਪਰ ਮੇਰੀ ਨਜ਼ਰ ਅਜੇ ਵੀ ਉਸ ਸੋਨੇ ਦੇ ਢੇਰ ਤੇ ਸੀ ਜਿਸ ਦੀ ਰੌਸ਼ਨੀ ਨੇ ਮੇਰੀਆਂ ਅੱਖਾਂ ਨੂੰ ਚਮਕਾ ਦਿੱਤਾ। ਫਿਰ ਮਾਲਕਣ ਨੇ ਅੱਗੇ ਆ ਕੇ ਮੈਨੂੰ ਬੈਠਣ ਲਈ ਕਿਹਾ। ਮੈਂ ਉੱਥੇ ਜ਼ਮੀਨ ਤੇ ਬੈਠ ਗਈ, ਪਰ ਮਾਲਕਣ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਬੈੱਡ ਤੇ ਬਿਠਾਇਆ ਤੇ ਮੈਨੂੰ ਕਹਿਣ ਲੱਗੀ, ਤੂੰ ਮੈਨੂੰ ਆਪਣੀ ਧੀ ਦੇ ਦੇ। ਆਪਣੀ ਧੀ ਨੂੰ ਮੇਰੀ ਗੋਦ ਵਿੱਚ ਬਿਠਾਓ। ਮੈਂ ਪ੍ਰਮਾਤਮਾ ਦੀ ਸਹੁੰ ਖਾਂਦੀ ਹਾਂ, ਤੁਹਾਨੂੰ ਕਦੇ ਵੀ ਉਸ ਪਾਸੋਂ ਕੋਈ ਮੁਸ਼ਕਲ ਨਹੀਂ ਆਵੇਗੀ। ਇਹ ਸੁਣਦੇ ਸਾਰੀ ਮੇਰੇ ਕੰਨ ਖੜੇ ਹੋ ਗਏ ਤੇ ਮੇਰੀ ਨਜ਼ਰ ਮੇਰੀ ਗੋਦੀ ਵਿੱਚ ਬੈਠੀ ਆਪਣੀ ਬੇਟੀ ਤੇ ਪਈ ਜੋ ਉਸ ਸਮੇਂ ਆਪਣਾ ਅੰਗੂਠਾ ਚੂਸ ਰਹੀ ਸੀ। ਮੈਂ ਘਬਰਾ ਕੇ ਕਿਹਾ ਕਿ ਮਾਲਕਣ, ਤੁਹਾਡੇ ਵੀ ਆਪਣੀ ਇੱਕ ਧੀ ਆ, ਤਾਂ ਮੇਰੀ ਇਸ ਕਾਲੀ ਚਮੜੀ ਵਾਲੀ ਕੁੜੀ ਦੀ ਕੀ ਲੋੜ ਆ? ਇਹ ਸੁਣ ਕੇ ਮੇਰੀ ਮਾਲਕਣ ਰੋਣ ਲੱਗ ਪਈ, ਜਿਵੇਂ ਮੈਂ ਉਸ ਦੀਆਂ ਦੁਖਦੀਆਂ ਨਾੜਾਂ ਤੇ ਹੱਥ ਰੱਖ ਦਿੱਤਾ ਹੋਵੇ। ਰੋਂਦੇ ਰੋਂਦੇ ਉਸਨੇ ਕਿਹਾ, ਰਾਧਾ, ਮਜਬੂਰੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਤੇ ਉਹਨਾਂ ਨੂੰ ਨਹੀਂ ਪਤਾ ਕਿ ਬੇਟੀਆਂ ਨੂੰ ਕਿਵੇਂ ਪਾਲਿਆ ਜਾਂਦਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਮਾਲਕਣ ਦੀਆਂ ਅੱਖਾਂ 'ਚ ਡਰ ਦੇਖਿਆ ਤੇ ਮੇਰੀ ਉਤਸੁਕਤਾ ਹੋਰ ਵੱਧ ਗਈ। ਰਾਧਾ, ਮੇਰੀ ਧੀ ਮੈਥੋਂ ਲੈ ਕੇ ਆਪਣੀ ਧੀ ਮੈਨੂੰ ਦੇ ਦੇ, ਮਾਲਕਣ ਨੇ ਇੱਕ ਵਾਰ ਹੇਠਾਂ ਡਿੱਗ ਕੇ ਕਿਹਾ। ਹੁਣ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸਨੇ ਮੇਰੇ ਪੈਰ ਫੜ ਲਏ। ਇੰਨੇ ਵੱਡੇ ਮਹਿਲ ਦੀ ਮਾਲਕਣ ਨੂੰ ਮੇਰੇ ਪੈਰੀਂ ਡਿੱਗਦਾ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਝੱਟ ਉਸ ਨੂੰ ਚੁੱਕ ਕੇ ਉੱਪਰ ਕਰਿਆ, ਪਰ ਮੈਂ ਉਹਨਾਂ ਨੂੰ ਦਿਲਾਸਾ ਕਿਵੇਂ ਦੇ ਸਕਦੀ ਸੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ।
ਉਹ ਕਹਿਣ ਲੱਗੀ, ਰਾਧਾ ਮੈਂ ਤੇਰੀ ਧੀ ਦਾ ਵਿਆਹ ਅਜਿਹੇ ਸ਼ਾਹੀ ਪਰਿਵਾਰ ਵਿੱਚ ਕਰਾਂਗੀ ਕਿ ਤੇਰਾ ਸਾਰਾ ਪਰਿਵਾਰ ਖੁਸ਼ ਹੋ ਜਾਵੇਗਾ। ਮੈਂ ਤੇਰੇ ਸਾਰੇ ਮੁੰਡਿਆਂ ਨੂੰ ਵਿਦੇਸ਼ ਭੇਜ ਦੇਵਾਂਗੀ। ਤੂੰ ਇਹ ਸਾਰੇ ਗਹਿਣੇ ਵੀ ਰੱਖ ਲਏ, ਪਰ ਤੇਰੀ ਧੀ ਦੀ ਥਾਂ ਮੇਰੀ ਧੀ ਬਦਲ ਲੈ। ਮੇਰੀ ਮਾਲਕਣ ਦਾ ਮਨ ਇਸ ਗੱਲ ਤੋਂ ਫਿਰ ਟੁੱਟ ਗਿਆ। ਮੈਂ ਇੱਕ ਵਾਰ ਫਿਰ ਮਾਲਕਣ ਨੂੰ ਕਿਹਾ ਕਿ ਮੇਰੀ ਧੀ ਨੂੰ ਮੈਂ ਬਿਨਾਂ ਵਜ੍ਹਾ ਕਿਵੇਂ ਬਦਲ ਦੇਵਾਂ ਤੇ ਮੇਰਾ ਪਤੀ ਕਿਵੇਂ ਸਵੀਕਾਰ ਕਰੇਗਾ। ਮੇਰੀ ਮਜਬੂਰੀ ਸੁਣ ਕੇ ਉਸਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਤਾਂ ਉਸਦੀ ਆਵਾਜ਼ ਵਿੱਚ ਦਰਦ ਸੀ। ਰਾਧਾ, ਮੇਰੀ ਇੱਕ ਛੋਟੀ ਕੁੜੀ ਅਪਰਾਧ ਦਾ ਸ਼ਿਕਾਰ ਹੋਣ ਜਾ ਰਹੀ ਆ। ਇੱਕ ਰਾਤ ਮੈਂ ਅਤੇ ਮਾਲਕ ਇੱਕ ਵਿਆਹ ਤੋਂ ਵਾਪਸ ਆ ਰਹੇ ਸੀ। ਮੌਸਮ ਬਹੁਤ ਖਰਾਬ ਸੀ। ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸਾਰਾ ਰਸਤਾ ਧੁੰਦ ਦੀ ਚਾਦਰ ਵਿੱਚ ਢਕਿਆ ਹੋਇਆ ਸੀ। ਕਾਰ ਦੀਆਂ ਹੈਡਲਾਈਟਾਂ ਚਾਲੂ ਹੋਣ ਦੇ ਬਾਵਜੂਦ ਵੀ ਸਾਹਮਣੇ ਵਾਲਾ ਹਿੱਸਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਉਸ ਹਨੇਰੇ ਵਿੱਚ ਪਤਾ ਨਹੀਂ ਕਿਵੇਂ ਇੱਕ ਕੁੜੀ ਸਾਡੀ ਕਾਰ ਦੇ ਅੱਗੇ ਆ ਗਈ। ਉਹ ਇਸ ਪਿੰਡ ਦੇ ਇੱਕ ਠਾਕੁਰ ਦੀ ਧੀ ਸੀ। ਪਤਾ ਨਹੀਂ ਉਹ ਇੰਨੀ ਦੇਰ ਰਾਤ ਇੱਥੇ ਕਿਉਂ ਆਈ ਸੀ। ਉਹ ਕੁੜੀ ਇੰਨੀ ਸੋਹਣੀ ਸੀ, ਲੱਗਦਾ ਸੀ ਜਿਵੇਂ ਕੋਈ ਅਫਸਰਾ ਹੋਵੇ। ਉਹ ਸਾਡੀ ਗੱਡੀ ਦੇ ਥੱਲੇ ਆ ਕੇ ਮਰ ਗਈ। ਅਸੀਂ ਉਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਤੇ ਠਾਕਰ ਨੂੰ ਵੀ ਪਤਾ ਲੱਗ ਗਿਆ ਕਿ ਉਸ ਦੀ ਧੀ ਦੀ ਮੌਤ ਸਾਡੀ ਗੱਡੀ ਥੱਲੇ ਆ ਕੇ ਹੋਈ ਆ। ਪਰ ਠਾਕੁਰ ਨੇ ਸਾਡੀ ਪੰਚਾਇਤ ਦੇ ਸਾਹਮਣੇ ਸਾਨੂੰ ਪੇਸ਼ ਕੀਤਾ। ਉਹ ਆਪਣੀ ਧੀ ਦੇ ਕਾਤਲ ਨੂੰ ਮਾਫ ਕਰਨ ਲਈ ਤਿਆਰ ਨਹੀਂ ਸੀ, ਪਰ ਅਸੀਂ ਅਜਿਹਾ ਜਾਣਬੁੱਝ ਕੇ ਤਾਂ ਨਹੀਂ ਕੀਤਾ ਸੀ। ਇਸ ਲਈ ਪੰਚਾਇਤ ਨੇ ਫਾਂਸੀ ਦੀ ਬਜਾਏ ਅਜਿਹੀ ਅਨੋਖੀ ਸਜ਼ਾ ਦਿੱਤੀ। ਇਹ ਸਜ਼ਾ ਇਹ ਸੀ ਕਿ ਜਦੋਂ ਸਾਡੀਆਂ ਸਾਰੀਆਂ ਧੀਆਂ ਦੀ ਉਮਰ 18 ਸਾਲ ਤੋਂ ਉੱਪਰ ਹੋ ਜਾਵੇਗੀ, ਤਦ ਉਹਨਾਂ ਵਿੱਚੋਂ ਸਭ ਤੋਂ ਖੂਬਸੂਰਤ ਧੀ ਜੋ ਹੋਵੇਗੀ ਅਪਰਾਧ ਦੀ ਸਜ਼ਾ ਵਜੋਂ ਉਸ ਠਾਕੁਰ ਪਰਿਵਾਰ ਨੂੰ ਦਿੱਤੀ ਜਾਵੇਗੀ। ਉਹ ਇਸ ਕੁੜੀ ਦਾ ਵਿਆਹ ਆਪਣੇ ਕਿਸੇ ਲੜਕੇ ਨਾਲ ਕਰਵਾ ਕੇ ਲੈ ਜਾਣਗੇ। ਭਵਿੱਖ ਵਿੱਚ ਉਹ ਜੋ ਵੀ ਕਰਨਗੇ ਉਹ ਉਹਨਾਂ ਦੀ ਮਰਜ਼ੀ ਹੋਵੇਗੀ, ਪਰ ਧੀ ਤਾਂ ਸੋਹਣੀ ਹੋਣੀ ਚਾਹੀਦੀ ਹੈ। ਉਹ ਇੱਕ ਬਦਸੂਰਤ ਕੁੜੀ ਜਾਂ ਪੈਸੇ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਸਾਡੀ ਸਿਰਫ ਇੱਕ ਹੀ ਧੀ ਹੈ ਜੋ ਪਹਿਲਾਂ ਹੀ ਬਹੁਤ ਸੋਹਣੀ ਆ। ਤੁਸੀਂ ਇਸ ਨੂੰ ਦੇਖਿਆ ਹੀ ਆ। ਇਹ ਕਹਿ ਕੇ ਉਸਨੇ ਆਪਣੀ ਧੀ ਨੂੰ ਮੇਰੇ ਸਾਹਮਣੇ ਕਰ ਦਿੱਤਾ। ਉਹ ਚੰਦ ਦੇ ਟੁਕੜੇ ਵਰਗੀ ਲੱਗ ਰਹੀ ਸੀ। ਇਸ ਦਾ ਮਤਲਬ ਇਹ ਸੀ ਕਿ ਉਸਨੇ ਠਾਕੁਰ ਦੇ ਘਰ ਜਾਣਾ ਸੀ। ਮੈਂ ਆਪਣੀ ਧੀ ਵੱਲ ਦੇਖਿਆ ਤੇ ਮੈਨੂੰ ਝੱਟ ਸਮਝ ਆ ਗਈ ਕਿ ਮਾਲਕਣ ਮੇਰੀ ਧੀ ਨੂੰ ਕਿਉਂ ਮੰਗ ਰਹੀ ਆ। ਮੇਰੀ ਧੀ ਦਾ ਰੰਗ ਵੀ ਵਾਕਈ ਕਾਲਾ ਸੀ। ਦੂਜਾ, ਉਸਦਾ ਚਿਹਰਾ ਵੀ ਬਹੁਤ ਸਧਾਰਨ ਸੀ। ਮੇਰੇ ਸਾਹਮਣੇ ਉਹ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਸਨ ਜੋ ਮਾਲਕਣ ਨੇ ਮੈਨੂੰ ਦੇਣ ਦਾ ਵਾਅਦਾ ਕੀਤਾ ਸੀ। ਮੇਰੇ ਪੁੱਤਰਾਂ ਦਾ ਭਵਿੱਖ ਤੇ ਮੇਰੀ ਧੀ ਦੀ ਜ਼ਿੰਦਗੀ ਮੇਰੀਆਂ ਅੱਖਾਂ ਸਾਹਮਣੇ ਚਮਕ ਰਹੀ ਸੀ। ਮੈਂ ਮੇਰੀ ਧੀ ਨੂੰ ਬਦਲਣ ਦੇ ਲਈ ਰਾਜ਼ੀ ਹੋ ਗਈ। ਮਾਲਕਣ ਪੂਰੀ ਖੁਸ਼ ਹੋ ਗਈ। ਮਾਲਕਣ ਨੇ ਮੇਰੀ ਝੋਲੀ ਵਿੱਚ ਬਹੁਤ ਸਾਰੇ ਗਹਿਣੇ ਪਾ ਦਿੱਤੇ ਤੇ ਉਸਨੇ ਆਪਣੀ ਧੀ ਨੂੰ ਵੀ ਮੇਰੀ ਝੋਲੀ 'ਚ ਪਾ ਦਿੱਤਾ ਅਤੇ ਉਸਨੇ ਮੇਰੇ ਤੋਂ ਫੜ ਕੇ ਕੁੜੀ ਨੂੰ ਚੁੰਮਿਆ। ਪਰ ਉਹ ਕੁੜੀ ਇੰਨੀ ਨਾਜ਼ੁਕ ਗੁੱਡੀ ਵਰਗੀ ਸੀ ਕਿ ਮੈਂ ਉਸ ਨੂੰ ਦੇਖ ਕੇ ਚੁੰਮ ਵੀ ਨਹੀਂ ਸਕਦੀ ਸੀ। ਮਾਲਕਣ ਨੇ ਮੈਨੂੰ ਕਿਹਾ ਸੀ ਕਿ ਇਸ ਕੁੜੀ ਨੂੰ ਨਾਲ ਲੈ ਕੇ ਆਇਆ ਕਰ ਅਤੇ ਇਸ ਤਰ੍ਹਾਂ ਉਹ ਆਪਣੀ ਧੀ ਨੂੰ ਵੀ ਦੇਖ ਲਿਆ ਕਰੇਗੀ। ਪਰ ਅਸੀਂ ਕੁੜੀਆਂ ਨੂੰ ਕਦੇ ਨਹੀਂ ਦੱਸਾਂਗੇ ਕਿ ਉਹ ਕੌਣ ਹਨ। ਜਦੋਂ ਦੋਵੇਂ ਕੁੜੀਆਂ ਵੱਡੀਆਂ ਹੋ ਜਾਣਗੀਆਂ ਤੇ ਉਹਨਾਂ ਦੇ ਵਿਆਹ ਹੋ ਜਾਣਗੇ, ਫਿਰ ਅਸੀਂ ਉਹਨਾਂ ਨੂੰ ਸੱਚ ਦੱਸਾਂਗੇ। ਮਾਲਕਣ ਦੀਆਂ ਇਹਨਾਂ ਗੱਲਾਂ ਕਰਕੇ ਮੈਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਸੀ। ਮੈਂ ਵੀ ਝੱਟ ਹੀ ਹਾਂ ਕਹਿ ਦਿੱਤੀ ਤੇ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਵੀ ਮਨਾ ਲਿਆ ਅਤੇ ਇਸ ਤਰ੍ਹਾਂ ਸਾਡੇ ਗਰੀਬ ਘਰ ਵਿੱਚ ਇੱਕ ਰਾਜਕੁਮਾਰੀ ਦਾ ਪਾਲਣ ਪੋਸ਼ਣ ਹੋ ਰਿਹਾ ਸੀ ਅਤੇ ਸਾਡੀ ਧੀ ਉੱਥੇ ਮਹਿਲਾਂ ਵਿੱਚ ਜੀਵਨ ਬਤੀਤ ਕਰ ਰਹੀ ਸੀ। ਮੈਂ ਅਕਸਰ ਉੱਥੇ ਜਾ ਕੇ ਉਸ ਨੂੰ ਦੇਖਦੀ ਤੇ ਕਦੇ-ਕਦਾਈ ਉਸ ਦੀਆਂ ਫੋਟੋਆਂ ਤੇ ਛੋਟੇ-ਛੋਟੇ ਕੱਪੜੇ ਲੁਕੋ ਲਿਆਉਂਦੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੇਰੀ ਧੀ ਆ, ਜਿਵੇਂ ਤੈਅ ਹੋਇਆ ਸੀ। ਮੈਂ ਗੀਤ ਨੂੰ ਵੀ ਲੈ ਕੇ ਜਾਂਦੀ ਸੀ। ਉਹ ਉੱਥੇ ਜਾ ਕੇ ਵਿਜੇ ਨਾਲ ਖੇਡਦੀ ਤੇ ਮੈਂ ਵੀ ਉਸ ਨੂੰ ਖੇਡਣ ਦਿੰਦੀ, ਕਿਉਂਕਿ ਮੈਂ ਸੋਚਿਆ ਸੀ ਕਿ ਉਹਨਾਂ ਵਿਚਕਾਰ ਨੇੜਤਾ ਹੋਵੇਗੀ। ਇਸ ਤਰ੍ਹਾਂ ਕਈ ਦਿਨ ਲੰਘ ਗਏ ਤੇ ਸਾਡੀਆਂ ਕੁੜੀਆਂ ਵੱਡੀਆਂ ਹੋ ਗਈਆਂ। ਗੀਤ ਅਤੇ ਰੀਨਾ ਦੋਵੇਂ 18 ਸਾਲ ਦੀਆਂ ਹੋ ਗਈਆਂ। ਠਾਕੁਰ ਨੇ ਜੋ ਸਜ਼ਾ ਤੈਅ ਕੀਤੀ ਸੀ ਉਸ ਬਾਰੇ ਮੰਗ ਕੀਤੀ ਸੀ ਅਤੇ ਉਹ ਰੀਨਾ ਨੂੰ ਦੇਖਣ ਲਈ ਉੱਥੇ ਗਏ। ਫਿਰ ਮਾਲਕਣ ਨੇ ਜੋ ਕਿਹਾ ਸੀ ਉਹੀ ਹੋਇਆ। ਰੀਨਾ ਨੂੰ ਨਾਲ ਨਹੀਂ ਲੈ ਕੇ ਗਏ। ਬਦਲੇ ਵਿੱਚ ਉਹ ਇੱਕ ਸੁੰਦਰ ਕੁੜੀ ਚਾਹੁੰਦੇ ਸੀ, ਨਾ ਕਿ ਕਾਲੀ ਕੁੜੀ। ਨਾ ਕੋਈ ਪੈਸਾ ਲੈ ਕੇ ਗਏ। ਮੈਂ ਵੀ ਇਸ ਗੱਲ ਤੋਂ ਹੈਰਾਨ ਸੀ, ਪਰ ਸਾਨੂੰ ਸਾਰਿਆਂ ਨੂੰ 3 ਦਿਨਾਂ ਬਾਅਦ ਜਵਾਬ ਮਿਲਿਆ। ਜਦੋਂ ਰੀਨਾ ਨੂੰ ਉਸਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਤਾਂ ਉਹਨਾਂ ਨੇ ਖੂਨ ਦਾ ਬਦਲਾ ਖੂਨ ਕਰਕੇ ਲੈ ਲਿਆ ਸੀ। ਜੇ ਧੀ ਮੇਰੀ ਬਦਸੂਰਤ ਸੀ ਤਾਂ ਕੀ ਹੋਇਆ, ਧੀ ਤਾਂ ਧੀ ਸੀ। ਮਾਲਕਣ ਵੀ ਉਸ ਦਿਨ ਬਹੁਤ ਰੋਈ। ਆਖਰਕਾਰ ਉਸਨੇ ਤਾਂ ਰੀਨਾ ਨੂੰ ਪਾਲਿਆ ਸੀ। ਮੈਂ ਵੀ ਆਪਣੇ ਦੁੱਖ ਵਿੱਚ ਰੋ ਰਹੀ ਸੀ। ਮੈਂ ਆਪਣੀ ਧੀ ਨੂੰ ਕਦੇ ਚੰਗੀ ਤਰ੍ਹਾਂ ਜੱਫੀ ਵੀ ਨਾ ਪਾ ਸਕੀ। ਕੁਝ ਦਿਨ ਹੋਰ ਬੀਤ ਗਏ
ਤੇ ਇੱਕ ਹੋਰ ਭੁਚਾਲ ਆਇਆ। ਗੀਤ ਨੇ ਮੈਨੂੰ ਅਤੇ ਰਜੇਸ਼ ਨੂੰ ਵਿਜੇ ਨਾਲ ਵਿਆਹ ਕਰਨ ਬਾਰੇ ਕਿਹਾ ਸੀ। ਅਸੀਂ ਦੋਵਾਂ ਨੇ ਤੁਰੰਤ ਉਸ ਨੂੰ ਇਨਕਾਰ ਕਰ ਦਿੱਤਾ। ਆਖਰ ਅਸੀਂ ਦੋਵੇਂ ਉਸ ਦਾ ਵਿਆਹ ਉਸ ਦੇ ਅਸਲੀ ਭਰਾ ਨਾਲ ਕਿਵੇਂ ਕਰਵਾ ਸਕਦੇ ਸੀ? ਇੱਕ ਬਹੁਤ ਵੱਡਾ ਪਾਪ ਸੀ ਜੋ ਗੀਤ ਸਾਨੂੰ ਕਰਨ ਲਈ ਕਹਿ ਰਹੀ ਸੀ। ਅਸੀਂ ਦੋਵੇਂ ਬਹੁਤ ਚਿੰਤਾ ਵਿੱਚ ਸੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾਵੇ। ਅਸੀਂ ਅਜੇ ਇਹ ਸੋਚ ਹੀ ਰਹੇ ਸੀ ਕਿ ਗੀਤ ਘਰੋਂ ਭੱਜ ਗਈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਇਸ ਬੱਚੀ ਦੀ ਜਾਨ ਬਚਾਉਣ ਲਈ ਅਸੀਂ ਆਪਣੀ ਧੀ ਗਵਾ ਦਿੱਤੀ ਅਤੇ ਹੁਣ ਇਹ ਸਾਡਾ ਮੂੰਹ ਕਾਲਾ ਕਰ ਰਹੀ ਆ। ਅੱਜ ਜਦੋਂ ਉਹ ਆਪਣੇ ਪਤੀ ਨਾਲ ਆਈ ਤਾਂ ਮੈਂ ਕਿਵੇਂ ਦੇਖ ਸਕਦੀ ਸੀ ਕਿ ਉਹ ਆਪਣੇ ਭਰਾ ਦੀ ਪਤਨੀ ਹੈ? ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਤੇ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਈ। ਮੈਂ ਹੈਰਾਨੀ ਨਾਲ ਸਭ ਕੁਝ ਸੁਣ ਰਹੀ ਸੀ। ਭੈਣ ਦੇ ਦੁੱਖ ਦਰਦ ਬਾਰੇ ਸੋਚ ਕੇ ਮੇਰੀਆਂ ਅੱਖਾਂ 'ਚੋਂ ਵੀ ਹੰਝੂ ਆਉਣ ਲੱਗੇ ਤੇ ਮੈਂ ਭੈਣ ਨੂੰ ਜੱਫੀ ਪਾ ਲਈ। ਅਗਲੀ ਸਵੇਰ ਭੈਣ ਅਤੇ ਜੀਜਾ ਜੀ ਘਰ ਜਾਣ ਲਈ ਤਿਆਰ ਹੋ ਗਏ। ਅਸੀਂ ਹੁਣ ਦੋਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਕੁਝ ਨਹੀਂ ਛੁਪਾਉਣਗੇ ਤੇ ਗੀਤ ਨੂੰ ਸਾਰੀ ਸੱਚਾਈ ਦੱਸਣਗੇ। ਅੱਜ ਮੈਂ ਵੀ ਉਸ ਦੇ ਨਾਲ ਸੀ। ਜਦੋਂ ਅਸੀਂ ਮਹਿਲ ਪਹੁੰਚੇ ਤਾਂ ਸਾਹਮਣੇ ਮਾਲਕਣ ਨੂੰ ਦੇਖਿਆ ਜੋ ਮਾਲਕਣ ਨੂੰ ਚਾਹ ਦੇ ਰਹੀ ਸੀ। ਅੱਜ ਦੀਦੀ ਦਾ ਸਿਰ ਝੁਕਿਆ ਨਹੀਂ ਸੀ। ਉਹ ਦੋਹਾਂ ਦੇ ਸਾਹਮਣੇ ਕੁਰਸੀ ਤੇ ਬੈਠੀ ਸੀ ਅਤੇ ਮਾਲਕਣ ਨੂੰ ਕਿਹਾ ਕਿ ਉਸਨੇ ਆਪਣੀ ਧੀ ਨੂੰ ਤਾਂ ਬਚਾ ਲਿਆ ਪਰ ਉਸਨੇ ਇੱਕ ਵੱਡਾ ਪਾਪ ਕੀਤਾ। ਇਹ ਸੁਣ ਕੇ ਮਾਲਕਣ ਨੇ ਹੈਰਾਨ ਹੋ ਕੇ ਮੇਰੀ ਭੈਣ ਵੱਲ ਦੇਖਿਆ ਤੇ ਪੁੱਛਿਆ, ਇਹ ਕੀ ਕਹਿ ਰਹੀ ਆ ਰਾਧਾ? ਤੂੰ ਅਜਿਹਾ ਕਿਉਂ ਕਹਿ ਰਹੀ ਆ? ਫਿਰ ਮੇਰੀ ਭੈਣ ਨੇ ਉਹਨਾਂ ਨੂੰ ਦੱਸਿਆ ਕਿ ਗੀਤ ਨੇ ਭੱਜ ਕੇ ਵਿਜੇ ਨਾਲ ਵਿਆਹ ਕਰਵਾ ਲਿਆ। ਆਖਰਕਾਰ ਅਸਲੀ ਭੈਣ ਭਰਾ ਕਿਵੇਂ ਵਿਆਹ ਕਰਾ ਸਕਦੇ ਸੀ? ਇਹ ਕਹਿ ਕੇ ਦੀਦੀ ਦੀਆਂ ਅੱਖਾਂ 'ਚ ਹੰਝੂ ਆ ਗਏ। ਇਹ ਸੁਣ ਕੇ ਮਾਲਕਣ ਨੇ ਆਵਾਜ਼ ਮਾਰੀ ਕਿ ਗੀਤ ਅਤੇ ਵਿਜੇ ਬਾਹਰ ਆਓ। ਫਿਰ ਮਾਲਕਣ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਇੱਕ ਹੋਰ ਅਸਲੀਅਤ ਦਾ ਰਾਜ਼ ਖੋਲ੍ਹ ਦਿੱਤਾ। ਵਿਜੇ ਸਾਡਾ ਪੁੱਤਰ ਨਹੀਂ ਆ। ਵਿਜੇ ਮੇਰੇ ਪਤੀ ਦੇ ਦੋਸਤ ਦਾ ਪੁੱਤਰ ਆ। ਉਸਦੀ ਅਤੇ ਉਸਦੀ ਪਤਨੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਫਿਰ ਮੈਂ ਤੇ ਰਮੇਸ਼ ਨੇ ਵਿਜੇ ਨੂੰ ਪਾਲਿਆ। ਉਹ ਸਾਡਾ ਅਸਲੀ ਪੁੱਤਰ ਨਹੀਂ ਆ ਤੇ ਅਸੀਂ ਉਸਦੇ ਵਿਆਹ ਬਾਰੇ ਵੀ ਜਾਣਦੇ ਆ। ਉਸ ਰਾਤ ਜਦੋਂ ਮਾਲਕਣ ਨੇ ਇਹ ਰਾਜ਼ ਨੂੰ ਖੋਲ੍ਹਿਆ ਤਾਂ ਮੇਰੀ ਭੈਣ ਦਾ ਰੰਗ ਪੀਲਾ ਪੈ ਗਿਆ। ਬਾਕੀ ਸੱਚ ਵੀ ਉਸ ਨੂੰ ਨਹੀਂ ਦੱਸਿਆ ਗਿਆ ਸੀ। ਗਰੀਬ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਖੈਰ ਮੇਰੀ ਭੈਣ ਉੱਥੋਂ ਵਾਪਸ ਆ ਗਈ ਤੇ ਰਸਤੇ ਵਿੱਚ ਮੈਂ ਸੋਚ ਰਹੀ ਸੀ ਕਿ ਸਾਰੀਆਂ ਕੁਰਬਾਨੀਆਂ ਗਰੀਬਾਂ ਲਈ ਹੀ ਲਿਖੀਆਂ ਜਾਂਦੀਆਂ। ਮੇਰੀ ਭੈਣ ਨੇ ਸਾਰੀ ਉਮਰ ਅਪਮਾਨ ਹੀ ਝੱਲਿਆ ਸੀ ਤੇ ਉਹਨਾਂ ਨੇ ਆਪਣੀ ਧੀ ਵੀ ਗਵਾ ਦਿੱਤੀ ਸੀ। ਮੈਂ ਇਸ ਸਸ਼ੋ 5 ਵਿੱਚ ਸੀ ਕਿ ਇਸ ਵਿੱਚ ਗਲਤੀ ਕਿਸ ਦੀ ਸੀ, ਮਾਲਕਣ ਦੀ ਜਾਂ ਮੇਰੀ ਭੈਣ ਦੀ? ਕਿਉਂਕਿ ਇਸ ਵਿੱਚ ਮਾਲਕਣ ਦਾ ਕੁਝ ਵਿਗੜਿਆ ਨਹੀਂ ਤੇ ਮੇਰੀ ਭੈਣ ਨੇ ਆਪਣੀ ਬੇਟੀ ਵੀ ਗਵਾ ਲਈ ਸੀ ਤੇ ਇੱਜ਼ਤ ਵੀ। ਕਿਉਂਕਿ ਲੋਕਾਂ ਨੂੰ ਤਾਂ ਇਹੀ ਪਤਾ ਸੀ ਕਿ ਗੀਤ ਮੇਰੀ ਭੈਣ ਦੀ ਹੀ ਬੇਟੀ ਆ। ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਉਸ ਅਮੀਰ ਕਿਸਾਨ ਦੀ ਬੇਟੀ ਆ। ਸੋ ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।